ਦੋ ਪਲ ਦੇਖਣ ਵਾਲੇ ਸਾਰੇ ਵੀਰਾਂ ਤੇ ਭੈਣਾਂ ਨੂੰ ਬਹੁਤ ਪਿਆਰ ਨਾਲ ਸਤਿ ਸ੍ਰੀ ਅਕਾਲ। ਅੱਜ ਇੱਕ ਆਪਾਂ ਅਲੱਗ ਹੀ ਵਿਸ਼ੇ ਨੂੰ ਥੋੜ੍ਹਾ ਜਿਹਾ ਆਪਣੀ ਸਰਕਾਰ ਵੱਲੋਂ ਕੁਝ ਆਪਣੀਆਂ ਜ਼ਮੀਨਾਂ ਜਾਇਦਾਦਾਂ ਸੰਬੰਧੀ ਜੋ ਪੁਰਾਣੇ ਸ਼ਬਦ ਵਰਤੇ ਜਾਂਦੇ ਨੇ ਉਹਨਾਂ ਨੂੰ ਬਦਲਣ 'ਤੇ ਵਿਚਾਰ ਹੋ ਰਿਹਾ ਹੈ, ਜੋ ਕਿ ਆਉਣ ਵਾਲੇ ਬੱਚਿਆਂ ਨੂੰ ਜੋ ਪੁਰਾਣੇ ਸ਼ਬਦ ਸੀ ਜਾਂ ਉਰਦੂ ਨਾਲ ਸੰਬੰਧਿਤ ਸੀ ਉਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਮਤਲਬ ਕੀ ਸੀ। ਹੁਣ ਸਰਕਾਰ ਇਹਨਾਂ ਨੂੰ ਸੌਖੇ ਤਰੀਕੇ ਨਾਲ ਲਾਗੂ ਕਰਨ ਦੀ ਸੋਚ ਰਹੀ ਹੈ, ਜੋ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਸਮਝ ਆ ਸਕੇ ਵੀ ਫਰਦ ਪੜ੍ਹਨਾ ਕਿਵੇਂ ਫਰਦ ਪੜ੍ਹੀ ਜਾ ਸਕਦੀ ਹੈ, ਆਪਣੀ ਜ਼ਮੀਨ ਦੀ ਕਮਾਇਸ਼ ਕਿਵੇਂ ਕੱਢੀ ਜਾ ਸਕਦੀ ਹੈ, ਕੀ ਸ਼ਬਦ ਨੇ, ਕੀ ਲਿਖਿਆ ਹੈ। ਇਹ ਜਦੋਂ ਅਸੀਂ ਜ਼ਮੀਨ ਦੀ ਕੋਈ ਲੈਣ ਦੇਣ ਕਰਦੇ ਹਾਂ, ਰਜਿਸਟਰੀ ਕਰਾਉਂਦੇ ਹਾਂ, ਤਾਂ ਬੜੇ ਗੁੰਝਲਦਾਰ ਸ਼ਬਦ ਲਿਖੇ ਹੁੰਦੇ ਨੇ। ਆਪਾਂ ਕਈ ਵਾਰੀ ਸੋਚ ਕੇ ਚੁੱਪ ਕਰ ਜਾਂਦੇ ਹਾਂ ਵੀ ਯਾਰ ਪਤਾ ਤਾਂ ਹੈ ਨਹੀਂ ਇਹਦੇ ਬਾਰੇ ਵੀ ਕੀ ਚੀਜ਼ ਹੈ ਇਹ, ਚਲੋ ਚੁੱਪੇ ਰਹੋ। ਉਹ ਸਿਰਫ ਉਹ ਮਹਿਕਮੇ ਨਾਲ ਸੰਬੰਧਿਤ ਪਟਵਾਰੀ, ਕਾਨੂੰਗੋ, ਤਹਿਸੀਲਦਾਰ ਜਾਂ ਹੋਰ ਉਹਨਾਂ ਦੀ ਸਹਾਇਕ ਉਹਨਾਂ ਨੂੰ ਹੀ ਪਤਾ ਹੁੰਦਾ ਹੈ, ਜਦ ਕਿ ਆਪਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਨਹੀਂ ਹੁੰਦਾ ਵੀ ਇਹ ਕੀ ਸ਼ਬਦ ਲਿਖਿਆ ਹੋਇਆ ਹੈ, ਕੀ ਮਤਲਬ ਹੈ। ਹੋ ਸਕਦਾ ਕੁਝ ਗੱਲਾਂ 'ਚ ਮੈਂ ਵੀ ਗਲਤ ਹੋਵਾਂ, ਪਰ ਕੋਸ਼ਿਸ਼ ਕਰੂੰਗਾ ਤੁਹਾਨੂੰ ਉਹ ਸਾਰੇ ਸ਼ਬਦ ਜੋ ਉਰਦੂ ਨਾਲ ਜਾਂ ਵੰਡ ਤੋਂ ਪਹਿਲਾਂ ਦੇ ਲਾਗੂ ਹੋਏ ਨੇ, ਫਰਦਾਂ ਜਮ੍ਹਾਂਬੰਦੀਆਂ 'ਤੇ ਲਿਖੇ ਜਾਂਦੇ ਨੇ, ਵਰਤੇ ਜਾਣ ਵਾਲੇ ਜਿਹੜੇ ਸ਼ਬਦ ਨੇ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ। ਅਗਰ ਕੋਈ ਗਲਤ ਹੋਵੇ ਤਾਂ ਅਣਜਾਣ ਸਮਝ ਕੇ ਮਾफ़ ਕਰ ਦਿਓ। ਕੁਝ ਸ਼ਬਦ ਇਸ ਤਰ੍ਹਾਂ ਹਨ। ਉਜਰਤ ਦਾ ਮਤਲਬ ਫੀਸ। ਆੜ ਰਹਿਣ, ਬਿਨਾਂ ਕਬਜ਼ੇ ਤੋਂ ਰਹਿਣ ਕਰਨਾ, ਗਹਿਣੇ ਕਰਨਾ। ਸਵਾਈ, ਸਵਾ ਤੋਂ ਸਾਕਿਨ ਦੇ ਉਸੇ ਪਿੰਡ ਦਾ ਵਾਸੀ। ਹੁਣ ਇਹਨਾਂ ਜਿਹੇ ਸ਼ਬਦਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਵੀ ਇਹਦਾ ਮਤਲਬ ਕੀ ਹੈ। ਇਸੇ ਤਰ੍ਹਾਂ ਹੀ ਅੱਗੇ ਸੌਰ ਜ਼ਮੀਨ, ਸੌਰਾ ਵੀ ਕਹਿੰਦੇ ਨੇ। ਅਸਲ ਵਿੱਚ ਇਹਦਾ ਮਤਲਬ ਕੱਲਰੀ ਜ਼ਮੀਨ, ਜਿੱਥੇ ਕੁਛ ਪੈਦਾ ਨਹੀਂ ਹੋ ਸਕਦਾ ਉਹਨੂੰ ਕੱਲਰੀ ਜ਼ਮੀਨ ਕਿਹਾ ਜਾਂਦਾ ਹੈ। ਹੱਕ ਫੱਕ ਉਲ ਰਹਿਣ, ਹੱਕ ਫੱਕ ਉਲ ਰਹਿਣ, ਕਰਜ਼ਾ ਉਤਾਰਨ, ਗਹਿਣੇ ਪਈ ਜ਼ਮੀਨ ਨੂੰ ਛਡਾਉਣਾ। ਇਸ ਦਾ ਮਤਲਬ ਇਹ ਹੈ। ਹੱਦ ਬਸਤ ਮਤਲਬ ਬਾਉਂਡਰੀ, ਵੀ ਨਿਸ਼ਾਨ ਲਗਾਉਣਾ ਆਪਣੀ ਹੱਦ ਬਸਤ, ਬਾਉਂਡਰੀ ਬਣਾਉਣੀ ਵੀ ਉਨੀ ਜ਼ਮੀਨ ਹੋਵੇ। ਹੱਕੀਅਤ ਦਾ ਮਤਲਬ ਹੱਕਾਂ ਦਾ ਹੋਣਾ, ਹੱਕਦਾਰ ਹੋਣਾ। ਖਸਰਾ, ਅੱਜ ਕੱਲ੍ਹ ਫਰਦਾਂ 'ਚ ਆਪਾਂ ਪੜ੍ਹਦੇ ਹਾਂ ਖਸਰਾ ਨੰਬਰ ਜਾਂ ਖਸਰਾ। ਕਿੱਲਾ ਜਾਂ ਏਕੜ, ਖੇਵਟ ਰਕਬਾ। ਇਹ ਜਿਸ ਤਰ੍ਹਾਂ ਖਸਰਾ, ਖੇਵਟ
ਕਿੱਲਾ ਏਕੜ ਰਕਬਾ, ਇਹ ਅੱਡ ਅੱਡ ਫਰਮਾਇਸ਼ਾਂ ਹੁੰਦੀਆਂ ਨੇ ਜ਼ਮੀਨ ਦੀਆਂ। ਜਿਵੇਂ ਕਿਤੇ 5 ਵਿਗੇ, ਕਿਤੇ ਪੌਣੇ 5 ਦਾ। ਇਸ ਦੇ ਵਿੱਚ ਵੀ ਬਹੁਤ ਬਰੀਕੀ 'ਚ ਜੇ ਸਮਝਾਉਣ ਲੱਗੇ ਤਾਂ ਬਹੁਤ ਟਾਈਮ ਲੱਗ ਜਾਣਾ ਹੈ, ਤਾਂ ਬਰੀਕੀ 'ਚ ਜਾਣਾ ਪਊਗਾ। ਪਰ ਮੈਂ ਤੁਹਾਨੂੰ ਸਿਰਫ ਸ਼ਬਦਾਂ ਬਾਰੇ ਹੀ ਦੱਸਣਾ ਹੈ। ਇਹਦੇ ਬਾਰੇ ਫਿਰ ਕਿਤੇ ਟਾਈਮ ਲੱਗਿਆ ਤਾਂ ਜ਼ਰੂਰ ਦੱਸਾਂਗੇ ਤੁਹਾਨੂੰ। ਖਤੌਨੀ, ਖਤੌਨੀ ਦਾ ਮਤਲਬ ਲੈਜਰ ਖਾਤਾ। ਚਾਹੀ, ਚਾਹ ਜਾਂ ਖੂਹ ਜਾਂ ਟਿਊਬਵੈੱਲ ਤੋਂ ਸਿੰਚਿਤ, ਜਿਹੜੀ ਜ਼ਮੀਨ ਨੂੰ ਖੂਹ ਦਾ ਪਾਣੀ, ਪੁਰਾਣੇ ਸਮਿਆਂ ਵਿੱਚ ਖੂਹ ਦਾ ਪਾਣੀ ਲੱਗਦਾ ਸੀ, ਜਾਂ ਸੂਏ ਦਾ ਪਾਣੀ, ਖੂਹ ਦਾ ਪਾਣੀ ਜਾਂ ਟਿਊਬਵੈੱਲ ਦਾ ਪਾਣੀ। ਮੋਟਰ, ਆਪਾਂ ਇੰਜਨ ਨਾਲ ਪਾਣੀ ਕੱਢਦੇ ਸੀ, ਹੁਣ ਮੋਟਰਾਂ ਲੱਗ ਗਈਆਂ। ਉਹ ਜਿਹੜੀ ਜ਼ਮੀਨ ਨੂੰ ਪਾਣੀ ਲੱਗਦਾ ਹੈ ਉਹਨੂੰ ਚਾਹੀ ਜ਼ਮੀਨ ਕਿਹਾ ਜਾਂਦਾ ਹੈ। ਜਮ੍ਹਾਂਬੰਦੀ, ਜਮ੍ਹਾਂਬੰਦੀ ਤਾਂ ਚਲੋ ਅੱਜ ਕੱਲ੍ਹ ਹਰੇਕ ਬੰਦਾ ਹੀ ਜਾਣਦਾ ਹੈ ਵੀ ਆਪਣੀ ਆਪਣੀ ਜਿਹੜੇ ਆਪਣੇ ਨਾਮ 'ਤੇ ਜ਼ਮੀਨ ਹੈ ਉਹਦਾ ਰਿਕਾਰਡ ਹੁੰਦਾ ਹੈ, ਉਹ 'ਚ ਸਾਰਾ ਆਪਣਾ ਬਾਇਓਡਾਟਾ ਲਿਖਿਆ ਹੁੰਦਾ ਹੈਗਾ। ਇਹ ਸੌਖਾ ਸ਼ਬਦ ਹੈ ਕੁਛ ਜੋ ਆਮ ਲੋਕ ਸਮਝਣ ਲੱਗੇ ਨਹੀਂ। ਇਹ ਸਮਝਣ ਵੀ ਤਾਂ ਲੱਗੇ ਨੇ, ਲੋਕ ਮੰਗ ਕਰਦੇ ਨੇ ਵੀ ਤੁਹਾਡੀ ਜਮ੍ਹਾਂਬੰਦੀ, ਬੈਂਕਾਂ ਬੁੰਕਾਂ 'ਚ ਜਾਂਦੇ ਹਾਂ ਕੰਮ ਕਰਾਉਣ, ਵੀ ਤੁਹਾਡੀ ਬੈਂਕਾਂ ਦੀ ਜਮ੍ਹਾਂਬੰਦੀ ਦਿਓ। ਜਰਖੇਜ਼, ਜਰਖੇਜ਼ ਦਾ ਮਤਲਬ ਉਪਜਾਊ ਜ਼ਮੀਨ। ਜਰਖੇਜ਼ ਭਰਪੂਰ, ਗੁਣਾ ਭਰਪੂਰ, ਆਪਾਂ ਆਮ ਬਜ਼ੁਰਗਾਂ ਤੋਂ ਸੁਣਿਆ ਜਰਖੇਜ਼ ਜ਼ਮੀਨ ਆ ਬਈ, ਉੱਥੇ ਤਾਂ ਬਹੁਤ ਤਕੜੀ ਜ਼ਮੀਨ ਹੈ। ਇਹਨੂੰ ਉਪਜਾਊ ਜ਼ਮੀਨ ਕਿਹਾ ਜਾਂਦਾ ਹੈ। ਤੈਦਾਦੀ, ਹੁਣ ਦੱਸੋ ਇਸ ਦਾ ਮਤਲਬ। ਤੈਦਾਦੀ ਆਮ ਅੱਜ ਕੱਲ੍ਹ ਜੋ 1990 ਤੋਂ ਬਾਅਦ ਦੀ ਪੀੜ੍ਹੀ ਹੈ ਸ਼ਾਇਦ ਉਹਨੂੰ ਨਹੀਂ ਪਤਾ ਹੋਣਾ ਚਾਹੀਦਾ। ਅਗਰ ਕਿਸੇ ਨੇ ਪੜ੍ਹਿਆ ਹੋਵੇ ਤਾਂ ਹੀ ਇਸ ਬਾਰੇ ਸਮਝ ਸਕਦਾ ਹੈ। ਪਰ ਤੈਦਾਦੀ ਬਾਰੇ, ਤੈਦਾਦੀ ਦਾ ਮਤਲਬ ਗਿਣਤੀ। ਤੈਦਾਦੀ ਕਿੰਨੇ ਤਾਦਾਦ 'ਚ ਹੈ, ਹੁਣ ਤੁਹਾਨੂੰ ਸਮਝੋ ਤਾਦਾਦ। ਇਹ ਪੁਰਾਣੇ ਵੇਲਿਆਂ 'ਚ ਬੋਲੀ ਜਾਂਦੇ, ਤਾਦਾਦ ਕਿੰਨੀ ਹੈ ਬਾਈ, ਕਿੰਨੀ ਤਾਦਾਦ 'ਚ ਨੇ, ਕਿੰਨੀ ਤਾਦਾਦ 'ਚ ਮਾਲ ਆਇਆ। ਇਸੇ ਤਰ੍ਹਾਂ ਤਾਦਾਦੀ ਨੂੰ ਗਿਣਤੀ ਕਿਹਾ ਜਾਂਦਾ। ਤਕਸੀਮ, ਤਕਸੀਮ ਦਾ ਮਤਲਬ ਤਾਂ ਆਪਣਾ ਇੱਕ ਸਰਲ ਜਿਹਾ ਚਲੋ ਹੈਗਾ ਵੀ ਵੰਡ, ਉਹਨੂੰ ਵੰਡ ਕਿਹਾ ਜਾਂਦਾ। ਪੱਤੀ, ਪੱਤੀ ਆਪਣੇ ਪਿੰਡਾਂ ਵਿੱਚ ਅਲੱਗ ਅਲੱਗ, ਮਤਲਬ ਆਪਣੇ ਅਲੱਗ ਅਲੱਗ ਪੱਤੀਆਂ ਵੱਜਦੀਆਂ ਨੇ। ਕੋਈ ਜਿਵੇਂ ਸਾਡੇ ਪਿੰਡ 'ਚ ਤਾਂ ਤੂਰ ਪੱਤੀ, ਢੰਡਿਆ ਪੱਤੀ, ਬਾਈਆਂ ਪੱਤੀ, ਇਸ ਤਰ੍ਹਾਂ ਅਲੱਗ 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 ਪੱਤੀਆਂ ਨਾਮ, ਉਹ ਅਲੱਗ ਚੀਜ਼ ਹੈ। ਪਰ ਇਸ ਵਿੱਚ ਜਮ੍ਹਾਂਬੰਦੀ ਵਿੱਚ ਵਰਤੇ ਜਾਣ ਵਾਲਾ ਸ਼ਬਦ ਪੱਤੀ ਹਿੱਸਾ, ਹਿੱਸੇ ਨੂੰ ਕਿਹਾ ਗਿਆ। ਪੈਮਾਨਾ, ਪੈਮਾਨਾ ਇਹ ਵੀ ਪੈਮਾਨੇ ਨਾਲ ਨਗਦ, ਫਸਲ ਜਾਂ ਹੋਰ ਕਿਸੇ ਰੂਪ ਵਿੱਚ। ਸਕੇਲ, ਮੇਊਸ਼ਰ, ਇਹ ਵੀ ਇੱਕ ਗੁੰਝਲਦਾਰ ਸ਼ਬਦ ਹੈ ਜੋ ਅੱਜ ਕੱਲ੍ਹ ਦੇ ਨਹੀਂ ਸਮਝ ਆ ਸਕਦਾ। ਇਹਨੂੰ ਸਮਝਾਉਣ ਵਾਸਤੇ ਵੀ ਸਮੇਂ ਦੀ ਬਹੁਤ ਲੋੜ ਹੈ। ਫਰਦ, ਨਕਲ ਜਾਂ ਸੂਚੀ। ਫਰਦ ਦਾ ਮਤਲਬ ਇੱਕ ਕਾਗਜ਼ ਦੀ ਨਕਲ ਜੋ ਪਟਵਾਰੀਆਂ ਕੋਲੇ ਹੁੰਦੀ ਹੈ, ਉਹਦੀ ਨਕਲ, ਉਹਦੀ ਸੂਚੀ ਉਹ ਸਾਨੂੰ ਦਿੱਤੀ ਜਾਂਦੀ ਹੈ। ਵੀ ਬਰਾਨੀ, ਬਰਾਨੀ ਆਮ ਆਪਾਂ ਫਰਦ ਦੇਖਦੇ ਹਾਂ ਜਦੋਂ ਉਹ 'ਚ ਲਿਖਿਆ ਹੁੰਦਾ ਬਰਾਨੀ। ਬਰਾਨੀ ਉਹ ਜ਼ਮੀਨ ਹੁੰਦੀ ਹੈ ਜਿਹੜੀ ਮਾਰੂ ਹੁੰਦੀ ਹੈ, ਜਿਹਨੂੰ ਪਾਣੀ ਨਹੀਂ ਲੱਗਦਾ ਕਿਸੇ ਪਾਸਿਓਂ, ਕੋਈ ਪਾਣੀ ਦਾ ਪ੍ਰਬੰਧ ਨਾ ਹੋਵੇ, ਉਹਨੂੰ ਬਰਾਨੀ ਜ਼ਮੀਨ ਕਿਹਾ ਜਾਂਦਾ ਹੈ। ਉਹਨੂੰ ਪਾਣੀ ਨਹੀਂ ਕਿਸੇ ਪਾਸਿਓਂ ਲੱਗ ਰਿਹਾ, ਉਹ 'ਚ ਕੋਈ ਫਸਲ, ਕੋਈ ਮੀਂਹ 'ਤੇ ਹੀ ਡਿਪੈਂਡ ਹੁੰਦੀ ਹੈ, ਜੇ ਕੋਈ ਹੁੰਦੀ ਹੈ ਤਾਂ ਉਹਨੂੰ ਬਰਾਨੀ ਜ਼ਮੀਨ ਕਿਹਾ ਜਾਂਦਾ ਹੈ। ਪਹਿਲੇ ਸਮਿਆਂ 'ਚ ਲੋਕ ਬਰਾਨੀ ਜ਼ਮੀਨ 'ਚ ਲੋਕ
ਛੋਲੇ ਵਗੈਰਾ ਬੀਜ ਲੈਂਦੇ ਸੀ ਬਰਾਨੀਆਂ ਜ਼ਮੀਨਾਂ 'ਚ। ਤਕਰੀਬਨ ਵੈਸੇ ਉਹਨਾਂ 'ਚ ਬਹੁਤ ਘੱਟ ਕੁਛ ਹੁੰਦਾ ਹੈ। ਉਹ ਫਸਲ ਮੀਂਹ 'ਤੇ ਹੀ ਡਿਪੈਂਡ ਹੁੰਦੀ ਹੈ। ਉਹ ਜ਼ਮੀਨ ਨੂੰ ਪਾਣੀ ਬਾਰਿਸ਼ ਤੋਂ ਹੀ ਮਿਲਦਾ ਹੈ, ਹੋਰ ਪਾਣੀ ਨਹੀਂ ਲੱਗਦਾ ਹੁੰਦਾ। ਉਹਨੂੰ ਬਰਾਨੀ ਜਾਂ ਮਾਰੂ ਜ਼ਮੀਨ ਕਿਹਾ ਜਾਂਦਾ ਹੈ। ਬਾਦਸਤੂਰ, ਬਾਦਸਤੂਰ ਚਲੋ ਅੱਜ ਕੱਲ੍ਹ ਆਪਾਂ ਨੂੰ ਸਮਝ ਹੈ ਪਹਿਲਾਂ ਦੀ ਤਰ੍ਹਾਂ। ਬੰਜਰ ਕਦੀਮ, ਹੁਣ ਇਹ ਸ਼ਬਦ ਵੀ ਆਪਣੇ ਨਹੀਂ ਸੁਣਿਆ ਹੋਵੇਗਾ। ਪੁਰਾਣੇ ਸਮੇਂ ਤੋਂ ਬੰਜਰ, ਬੰਜਰ ਦਾ ਮਤਲਬ ਬੰਜਰ ਪਈ ਜ਼ਮੀਨ, ਜਿੱਥੇ ਕੁਛ ਨਹੀਂ ਹੋ ਰਿਹਾ, ਸਿਰਫ ਦੂਰ ਦੂਰ ਤੱਕ ਕੱਖ ਕੰਡੇ ਉਜਾੜ ਜਾਂ ਆਪਾਂ ਜੰਗਲ ਵਾਲੀ ਜ਼ਮੀਨ, ਉਹ ਬੰਜਰ ਪਈ ਹੈ। ਜਿਹਨੂੰ ਕੋਈ ਵਾਹ ਬੀਜ ਨਹੀਂ ਰਿਹਾ, ਉਹ 'ਚ ਕੁਛ ਕੋਈ ਫਸਲ ਨਹੀਂ ਉਗਾ ਰਿਹਾ, ਉਹਨੂੰ ਬੰਜਰ ਨਾ ਹੋ ਰਹੀ ਉਹ ਫਸਲ, ਉਹ ਬੰਜਰ ਜ਼ਮੀਨ ਕਿਹਾ ਜਾਂਦਾ, ਜਿਸ 'ਚ ਕੋਈ ਫਸਲ ਨਹੀਂ ਹੁੰਦੀ ਹੈਗੀ ਕੋਈ। ਵੈਸੇ ਅੱਜ ਕੱਲ੍ਹ ਲੋਕਾਂ ਨੇ ਚਲਾ ਲਈਆਂ ਉਹ ਜ਼ਮੀਨਾਂ ਵੀ, ਤਕਰੀਬਨ ਪਿੰਡਾਂ ਵਿੱਚ ਜਿਹੜੀਆਂ ਬੰਜਰ ਬੁੰਜਰ ਪਈਆਂ ਤੇ ਸਭ ਚਾਲੂ ਕਰ ਲਈਆਂ। ਅੱਜ ਤਕਨੀਕ ਦਾ ਯੁੱਗ ਆ ਗਿਆ, ਮਸ਼ੀਨਰੀ ਆ ਗਈ, ਸਾਨੂੰ ਉਹ ਜਿਹੇ ਕੈਮੀਕਲ ਮਿਲਣ ਲੱਗ ਗਏ ਜਿਨ੍ਹਾਂ ਨਾਲ ਅਸੀਂ ਉਹ ਜ਼ਮੀਨਾਂ ਚਲਦੀਆਂ ਕਰ ਲਈਆਂ। ਬਾਮੀ, ਬਾਮੀ ਇਹ ਵੀ ਸ਼ਬਦ ਨਹੀਂ ਆਪਾਂ ਨੂੰ ਪਤਾ। ਆਪਸੀ, ਇਹਦਾ ਮਤਲਬ ਹੈ ਆਪਸੀ। ਬਾਸ, ਬਰਾਸ, ਉਗਰਾਹੀ, ਢਾਲ ਜਾਂ ਚੰਦਾ, ਇਹ ਅੱਜ ਤੋਂ 3-4 ਦਹਾਕੇ ਪਹਿਲਾਂ ਪਿੰਡ ਦੀ ਛੱਤ ਵਿੱਚ ਬੈਠ ਕੇ ਇੱਕ ਕੁਛ ਰੁਪਈਆਂ ਦੀ, ਪੈਸਿਆਂ ਦੀ ਢਾਲ ਜਾਂ ਚੰਦਾ ਪਟਵਾਰੀ ਤੇ ਲੰਬੜਦਾਰ ਵੱਲੋਂ ਜਾਂ ਕੋਈ ਪਿੰਡ ਦਾ ਮੋਹਤਵਰ ਵਿਅਕਤੀ ਵੱਲੋਂ ਜ਼ਮੀਨ ਦੇ ਹਿਸਾਬ ਨਾਲ ਢਾਲ ਵਸੂਲ ਕੀਤੀ ਜਾਂਦੀ ਸੀ। ਆਪਾਂ ਢਾਲ ਸ਼ਬਦ ਤਾਂ ਸਮਝਦੇ ਹਾਂ ਵੀ ਉਗਰਾਹੀ ਕਰਨਾ, ਪਰ ਬਾਸ ਇਹ ਆਪਣੀ ਸਮਝ ਤੋਂ ਬਾਹਰ ਹੈ। ਬਾਸ ਨੂੰ ਬਰਾਸ, ਉਗਰਾਹੀ, ਢਾਲ ਜਾਂ ਚੰਦਾ ਹੀ ਕਿਹਾ ਗਿਆ ਹੈ। ਬਰੂਏ, ਇਹ ਵੀ ਆਪਣੀ ਸਮਝ ਤੋਂ ਤਾਬੇ ਅਨੁਸਾਰ ਮੁਤਾਬਕ, ਵੀ ਤਾਬੇ ਅਨੁਸਾਰ ਮੁਤਾਬਕ ਬਰੂਏ ਦਾ ਮਤਲਬ, ਇਹ ਵੀ ਔਖਾ ਸ਼ਬਦ ਆਇਆ ਹੈ। ਮੁਤਾਲਬਾ, ਇਹ ਵੀ ਨਹੀਂ ਆਪਾਂ ਨਵੀਂ ਪੀੜ੍ਹੀ ਨੂੰ ਜੇ ਕਹੀਏ ਸਮਝ ਸਕਦੇ। ਮੁਤਾਲਬੇ ਦਾ ਮਤਲਬ ਤਲਬ ਕਰਨ ਦੀ ਪ੍ਰਕਿਰਿਆ। ਮੁਸ਼ਤਰਕਾ, ਮੁਸ਼ਤਰਕਾ ਅਸੀਂ ਜੋ 1990 ਤੋਂ ਪਹਿਲਾਂ ਦੀ ਪੀੜ੍ਹੀ ਹੈ ਉਹ ਤਾਂ ਸਮਝ ਸਕਦੀ ਹੈ ਮੁਸ਼ਤਰਕਾ, ਪਰ ਕੁਛ ਅੱਜ ਪੜ੍ਹੇ ਲਿਖੇ ਮੁੰਡੇ ਵੀ ਸਮਝਦੇ ਮੁਸ਼ਤਰਕੇ ਦਾ ਮਤਲਬ ਸਾਂਝਾ ਹਿੱਸਾ, ਸਾਂਝਾ ਮੁਸ਼ਤਰਕਾ ਇਹ ਸ਼ਬਦ ਵੀ ਆਉਂਦਾ ਹੈ ਇਹ ਫਰਦ ਜਮ੍ਹਾਂਬੰਦੀ ਦੇ ਵਿੱਚ। ਮਖਸੂਸ, ਇਸ ਸ਼ਬਦ ਬਾਰੇ ਨਹੀਂ ਕਿਸੇ ਨੇ ਸੁਣਿਆ ਹੋਊਗਾ। ਨਿਸ਼ਚਿੰਤ, ਅਲੱਗ। ਮਕਬੂਜਾ, ਇਸ ਸ਼ਬਦ ਦਾ ਮਤਲਬ ਕਬਜ਼ਾ। ਮਕਬੂਜਾ ਕਬਜ਼ਾ ਕਿਸ ਦਾ ਹੈ। ਮੁਤਵਲੀ, ਟਰਸਟ ਜਾਂ ਮੱਠ ਦੀ ਜ਼ਮੀਨ ਦੀ ਦੇਖਭਾਲ ਕਰਨ ਵਾਲਾ, ਉਸ ਨੂੰ ਮੁਤਵਲੀ ਕਿਹਾ ਜਾਂਦਾ ਹੈ। ਇਹ ਸ਼ਬਦ ਵੀ ਆਪਾਂ ਨੇ ਨਹੀਂ ਸੁਣਿਆ ਹੋਊਗਾ, ਪਰ ਟਰਸਟ ਜਾਂ ਮੱਠ ਦੀ ਜ਼ਮੀਨ ਬਾਰੇ ਜ਼ਰੂਰ ਸੁਣਿਆ ਹੋਊਗਾ। ਜੋ ਅੱਜ ਕੱਲ੍ਹ ਡੇਰਿਆਂ ਡੂਰਿਆਂ ਦੀ ਜ਼ਮੀਨ ਹੈ ਜਾਂ ਕੋਈ ਹੋਰ ਸਾਂਝੀਆਂ ਥਾਵਾਂ 'ਤੇ ਇਹੋ ਜਿਹੇ ਉਹ ਪਏ ਨੇ ਟਰਸਟ ਬਣੇ ਹੋਏ ਜ਼ਮੀਨਾਂ ਦੇ, ਉਹਨਾਂ ਨੂੰ ਜੋ ਦੇਖਭਾਲ ਕਰਦਾ ਉਹ ਮਾਲਕ ਨਹੀਂ ਹੁੰਦਾ, ਉਹ ਸਿਰਫ ਉਹਦੀ ਦੇਖਭਾਲ ਕਰਦਾ, ਉਹਨੂੰ ਮੁਤਵਲੀ ਕਿਹਾ ਜਾਂਦਾ ਹੈ। ਮਜ਼ਰੂਆ,
ਕਾਸਤ ਅਧੀਨ ਜ਼ਮੀਨ। ਮਜ਼ਰੂਆ ਜ਼ਮੀਨ ਉਹ ਹੁੰਦੀ ਹੈ ਜਿਹ 'ਚ ਕਾਸਤ ਕੋਈ ਫਸਲ ਉਗਾਈ ਜਾਂਦੀ ਹੋਵੇ, ਕੋਈ ਹਰ ਤਰ੍ਹਾਂ ਦੀ ਫਸਲ ਹੋ ਜਾਂਦੀ ਹੋਵੇ, ਉਹਨੂੰ ਮਜ਼ਰੂਆ ਜ਼ਮੀਨ ਕਿਹਾ ਜਾਂਦਾ ਹੈ। ਮੁਸਤਤੀਲ ਜਾਂ ਮੁਸਤਤੀਲ ਆਇਤਕਾਰ ਚੌਰਸ ਜ਼ਮੀਨ। ਆਇਤਕਾਰ ਜੋ ਇਹ ਵੀ ਸ਼ਬਦ ਬਹੁਤ ਘੱਟ ਸੁਣਿਆ ਆਪਾਂ ਨੇ ਆਪਣੀ ਜਮਾਬੰਦੀਆਂ 'ਚ ਜਾਂ ਕੋਈ ਉਸ 'ਚ। ਰਹਿਣ ਬਾ ਕਬਜ਼ਾ, ਕਬਜ਼ੇ ਸਮੇਤ ਰਹਿਣ, ਮਤਲਬ ਕਿਸੇ ਨੇ ਜ਼ਮੀਨ ਗਹਿਣੇ ਕੀਤੀ, ਉਸਨੇ ਉਸ ਦਾ ਕਬਜ਼ਾ ਵੀ ਉਸ ਨੂੰ ਦੇ ਦਿੱਤਾ, ਉਹਨੂੰ ਕਬਜ਼ੇ ਸਮੇਤ ਰਹਿਣ ਕਿਹਾ ਜਾਂਦਾ ਹੈ। ਲਗਾਨ ਮਾਮਲਾ, ਟੈਕਸ, ਉਗਰਾਹੀ ਜਾਂ ਵਾਸ। ਇਹ ਵੀ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ, ਚੰਦਾ ਢਾਲ ਉਸੇ ਦਾ ਹੀ ਇੱਕ ਰੂਪ ਹੈ। ਲਗਾਨ ਕਿਹਾ ਜਾਣਾ, ਪਹਿਲਾਂ ਇਹ ਜ਼ਮੀਨ ਦੇ ਹਿਸਾਬ ਨਾਲ ਹੀ ਲਗਾਇਆ ਜਾਂਦਾ ਸੀ। ਲਗਾਨ ਪਿੰਡ ਦੇ ਨੰਬਰਦਾਰ ਵੱਲੋਂ ਜਾਂ ਮੋਹਤਰ ਪਟਵਾਰੀ ਜਾਂ ਜੋ ਵੀ ਹੁੰਦਾ ਸੀ ਪਿੰਡ ਦੇ ਵਿੱਚ, ਕੋਈ ਜੈਲਦਾਰ ਵੱਜਦਾ ਸੀ, ਕੋਈ ਲੰਬੜਦਾਰ ਜਾਂ ਕੋਈ ਮੋਹਤਰ ਵਿਅਕਤੀ ਹੁੰਦੇ ਸੀ, ਉਹ ਇਕੱਠੇ ਕਰਦੇ ਸੀ ਇਸ ਲਗਾਨ ਨੂੰ। ਵਕਫ, ਵਕਫ ਦਾਨ ਵਿੱਚ ਮਿਲਿਆ, ਇਹ ਵੀ ਇੱਕ ਇਹਦਾ ਸ਼ਬਦ ਹੈ ਜਮਾਬੰਦੀ ਦਾ। ਇਹ ਸ਼ਬਦਾਵਲੀ। ਅਕਸ ਸੱਜਰਾ ਨਕਸ਼ੇ ਦੀ ਨਕਲ। ਅਰਾਜ਼ੀ ਜ਼ਮੀਨ ਭੋ, ਇਹਨੂੰ ਅਰਾਜ਼ੀ ਕਿਹਾ ਗਿਆ। ਏਕੜ 4840 ਵਰਗ ਗਜ ਦੀ ਜੋ ਜ਼ਮੀਨ ਹੁੰਦੀ ਹੈ ਉਹ ਉਸ ਨੂੰ ਏਕੜ ਕਿਹਾ ਗਿਆ ਹੈ। ਇਜ਼ਾਦੀ ਜਾਂ ਰਹਿਣ, ਰਹਿਣ ਦੀ ਰਕਮ ਵਿੱਚ ਵਾਧਾ ਕਰਨਾ, ਗਹਿਣੇ ਪਈ ਜ਼ਮੀਨ ਦੀ ਜੇ ਰਕਮ ਇਸ ਵਿੱਚ ਵਾਧਾ ਕਰਨਾ ਹੈ ਤਾਂ ਉਹਨੂੰ ਇਜ਼ਾਦੀ। ਇੰਤਕਾਲ, ਇੰਤਕਾਲ ਦਾ ਮਤਲਬ ਜ਼ਮੀਨ ਕਿਸੇ ਹੋਰ ਦੇ ਨਾਮ 'ਤੇ ਤਬਦੀਲ ਹੋ ਚੁੱਕੀ, ਉਹਦਾ ਇੰਤਕਾਲ ਹੋ ਗਿਆ ਪੱਕਾ। ਜਦੋਂ ਇੰਤਕਾਲ ਹੋ ਜਾਂਦਾ ਉਦੋਂ ਹੀ ਪੱਕੀ ਰਜਿਸਟਰੀ ਤੋਂ ਬਾਅਦ ਕੁਝ ਕੁ ਦਿਨਾਂ ਬਾਅਦ ਇੰਤਕਾਲ ਹੁੰਦਾ ਹੈ, ਉਹਨੂੰ ਪੱਕਾ ਮੰਨਿਆ ਜਾਂਦਾ ਹੈ ਵੀ ਇੰਤਕਾਲ ਚੜ੍ਹ ਗਿਆ ਆਪਣੇ ਨਾਮ, ਪੱਕੀ ਹੋ ਗਈ ਜ਼ਮੀਨ। ਸ਼ਾਮਲਾਤ, ਸ਼ਾਮਲਾਤ ਤਾਂ ਆਮ ਸਮਝਦੇ ਆਪਾਂ ਪਿੰਡਾਂ ਦੀ ਉਹ ਸਾਂਝੀ ਜ਼ਮੀਨ ਜਿਸ 'ਤੇ ਸਾਂਝੇ ਕੰਮ ਜਾਂ ਸਾਂਝੀ ਪਈ ਜ਼ਮੀਨ ਸਾਂਝੇ ਕੰਮ ਲਈ ਵਰਤੀ ਜਾਂਦੀ ਹੋਵੇ, ਉਸ ਨੂੰ ਸ਼ਾਮਲਾਤ ਜ਼ਮੀਨ ਕਿਹਾ ਜਾਂਦਾ ਹੈ। ਪਰ ਅੱਜ ਕੱਲ੍ਹ ਸ਼ਾਮਲਾਤਾਂ ਜ਼ਮੀਨਾਂ ਵੀ ਪਿੰਡਾਂ ਵੱਲੋਂ, ਪੰਚਾਇਤਾਂ ਵੱਲੋਂ ਵਾਹੀਯੋਗ ਬਣਾ ਕੇ ਉਹਨਾਂ ਨੂੰ ਠੇਕੇ ਉੱਪਰ ਦਿੱਤਾ ਜਾਂਦਾ ਹੈ, ਉਹ ਵੀ ਉਪਜਾਊ ਬਣਾ ਲਈਆਂ ਗਈਆਂ ਹਨ। ਕਈ ਪਿੰਡਾਂ ਵਿੱਚ ਬਹੁਤ ਲੜਾਈ ਝਗੜੇ ਵੀ ਨੇ ਇਹਨਾਂ ਜ਼ਮੀਨਾਂ 'ਤੇ। ਹਸਬ ਜੈਲ, ਹਸਬ ਜੈਲ ਦਾ ਮਤਲਬ ਥੱਲੇ ਲਿਖਿਆ। ਹਿਬਾ, ਹਿਬਾ ਦਾ ਮਤਲਬ ਦਾਨ। ਹਸਦ ਰਸਦ ਜਰੇ ਖੇਵਟ, ਪਿੰਡ ਵਿੱਚ ਰਕਬੇ ਦੀ ਅਨੁਪਾਤ ਮੁਤਾਬਕ ਸਾਂਝੀ ਭੌਂ ਵਿੱਚੋਂ ਹਿੱਸਾ। ਕਲਰ, ਆਪਾਂ ਕਹਿ ਦਿੰਦੇ ਹਾਂ ਤਾਂ ਯਾਰ ਕਲਰ ਹੀ ਕਲਰ, ਉਹੀ ਰੇਹੀ ਜ਼ਮੀਨ ਜਿੱਥੇ ਉਪਜਾਊ ਨਾ ਹੋਵੇ ਉਹਨੂੰ ਕਲਰ ਵਾਲੀ ਜ਼ਮੀਨ ਕਿਹਾ ਜਾਂਦਾ। ਕਾਸ਼ਤਕਾਰ, ਕਾਸ਼ਤਕਾਰ ਦਾ ਮਤਲਬ ਵਾਹੀ ਕਰਨ ਵਾਲਾ, ਜ਼ਮੀਨ ਨੂੰ ਵਾਹੁਣ ਵਾਲਾ, ਉਸ ਨੂੰ ਕਾਸ਼ਤਕਾਰ ਕਿਹਾ ਗਿਆ। ਖਸਰਾ ਬਹੀ, ਇਹ ਇੱਕ ਉਹਨਾਂ ਦੀ ਆਪਣਾ ਕਿਤਾਬ ਜਾਂ ਆਪਾਂ ਕਹਿ ਲਈਏ ਖਸਰਾ ਬਹੀ, ਜੋ ਕਿਤਾਬ ਰੂਪੀ ਹੁੰਦਾ ਹੈ ਉਹਦੇ ਵਿੱਚ ਲਿਖਿਆ ਜਾਂਦਾ ਹੈ, ਉਹਦੇ ਵਿੱਚ ਸਾਰਾ ਬਾਇਓਡਾਟਾ ਇਹ ਪਟਵਾਰੀਆਂ ਦੇ ਕੋਲ ਹੁੰਦਾ ਹੈ, ਉਹਦੇ ਵਿੱਚ ਸਾਰਾ ਕੁਝ ਲਿਖਿਆ ਜਾਂਦਾ ਹੈ। ਗੈਰ ਮਰੂਸੀ ਮੁਜ਼ਾਹਰਾ,
ਗੈਰ ਜੱਦੀ ਮੁਜ਼ਾਹਰਾ, ਜਿਹਦੀ ਕੋਈ ਪੱਕੀ ਜ਼ਮੀਨ ਨਾ ਹੋਵੇ, ਉਹ ਮੁਜ਼ਾਹਰਿਆਂ ਦੇ ਰੂਪ 'ਚ ਉਹਨਾਂ ਨੂੰ ਸਿਰਫ ਉਹ ਵੰਡ ਕੇ ਜ਼ਮੀਨ ਦਿੱਤੀ ਹੋਵੇ ਪਰ ਉਹਨਾਂ ਦੀ ਮਾਲਕੀ ਨਾ ਹੋਵੇ। ਗੈਰ ਮੁਮਕਿਨ ਉਲ ਤਕਸੀਮ, ਇਹਦਾ ਮਤਲਬ ਨਾ ਵੰਡਣ ਯੋਗ ਜ਼ਮੀਨ। ਗੈਰ ਮੁਮਕਿਨ, ਕਿਸੇ ਖਾਸ ਮਕਸਦ ਲਈ ਦਿੱਤੀ ਜ਼ਮੀਨ ਜਿਸ ਨੂੰ ਬਦਲਿਆ ਨਾ ਜਾ ਸਕੇ। ਗੱਠਾ, ਗੰਢ ਜਾਂ ਵੰਡ, ਗਿਰਦਾਵਰੀ, ਪਟਵਾਰੀ ਦੇ ਰਿਕਾਰਡ ਵਿੱਚ ਦਾਖਲ ਕਰਨਾ। ਗਿਰਦਾਵਰੀ ਦਾ ਮਤਲਬ ਇਹ ਹੁੰਦਾ ਸੀ ਉਹ ਫਸਲ ਦੇਖ ਕੇ ਹਰੇਕ ਸਮਾਹੀ ਦੀ ਸਮਾਹੀ ਪਟਵਾਰੀ ਇਹ ਦਾਖਲ ਆਪਣੇ ਰਿਕਾਰਡ ਵਿੱਚ ਕਰਦਾ ਸੀ ਵੀ ਫਲਾਣੇ ਬੰਦੇ ਨੇ ਫਲਾਣੀ ਜਗ੍ਹਾ ਫਲਾਣੀ ਖੇਤ ਫਲਾਣੀ ਖਤੌਨੀ ਨੰਬਰ 'ਚ ਫਲਾਣੇ ਖੇਤ 'ਚ ਵੀ ਆਹ ਫਸਲ ਬੀਜੀ ਹੈ, ਤਾਂ ਉਹਦਾ ਰਿਕਾਰਡ ਰੱਖਦਾ ਸੀ। ਇਹਨੂੰ ਗਿਰਦਾਵਰੀ ਕਿਹਾ ਜਾਂਦਾ ਸੀ। ਚੱਕ, ਚੱਕ ਦਾ ਮਤਲਬ ਹਿੱਸਾ, ਚੱਕਬੰਦੀ ਉਹ ਵੀ ਹਿੱਸਾ। ਚਾਰਾਗਾਹ, ਚਾਰਾਗਾਹ ਜ਼ਮੀਨਾਂ ਉਹ ਹੁੰਦੀਆਂ ਸੀ ਜੋ ਕਈ ਲੋਕਾਂ ਨੂੰ, ਕਈ ਨਵੀਂ ਪੀੜ੍ਹੀ ਦਿਆਂ ਨੂੰ ਨਹੀਂ ਪਤਾ ਹੁੰਦਾ। ਚਾਰਾਗਾਹ ਜ਼ਮੀਨ ਉਹ ਹੈ ਗਊ ਚਰਾਂਦ, ਜੋ ਕਿ ਸਾਂਝੀ ਤੌਰ 'ਤੇ ਪੁਰਾਣੇ ਸਮਿਆਂ ਤੋਂ ਹੀ, ਬਹੁਤ ਪੁਰਾਣੇ ਸਮਿਆਂ ਤੋਂ ਸਿਰਫ ਗਊ ਚਰਾਂਦ ਲਈ ਹੀ ਛੱਡੀ ਜਾਂਦੀ ਸੀ। ਉਸ ਸਾਂਝੀ ਜ਼ਮੀਨ ਨੂੰ ਚਾਰਾਗਾਹ ਜ਼ਮੀਨ ਕਿਹਾ ਜਾਂਦਾ ਸੀ। ਜੁਮਲਾ, ਜੋੜ, ਸਾਰਾ ਇਕੱਠਾ। ਕੁਝ ਸ਼ਬਦ ਹਾਸੋਹੀਣ ਹੁੰਦੇ ਨੇ। ਜਰੀਬ, ਜਰੀਬ ਤਾਂ ਤਕਰੀਬਨ ਕੁਛ ਜਿਹਨਾਂ ਕੋਲ ਜ਼ਮੀਨ ਜਾਇਦਾਦਾਂ ਨੇ ਉਹਨਾਂ ਬੱਚਿਆਂ ਨੇ ਦੇਖੀਆਂ ਹੋਣਗੀਆਂ। ਇਹ ਜ਼ਮੀਨ ਨਾਪਣ ਜਾਂ ਮਾਪਣ ਵਾਲਾ ਯੰਤਰ ਇੱਕ ਲੋਹੇ ਦੀ ਜੰਜੀਰ ਹੁੰਦੀ ਹੈ ਜਿਸ ਨੂੰ ਜਰੀਬ ਕਿਹਾ ਜਾਂਦਾ ਹੈ। ਡਾਕਰ, ਚੀਕਣੀ ਮਿੱਟੀ। ਇਹ ਡਾਕਰ ਜ਼ਮੀਨਾਂ ਨੇ ਜਿਹੜੀਆਂ, ਇਹਨੂੰ ਹਮੇਸ਼ਾ ਵਧੀਆ ਮੰਨਿਆ ਗਿਆ ਹੈ। ਜਿੱਥੇ ਵੀ ਕਹਿੰਦਾ ਯਾਰ ਕਹੀ ਜੀ ਜ਼ਮੀਨ ਆ ਤੁਹਾਡੀ, ਗੱਲ ਕਹਿੰਦਾ ਡਾਕਰ ਜ਼ਮੀਨ ਆ ਬਾਈ ਸਾਡੇ ਕੋਲ, ਉਹਨੂੰ ਵਧੀਆ ਮੰਨਿਆ ਗਿਆ। ਡਾਵਰ, ਝਾਵਰ, ਪਿੰਡ ਦੀ ਨੀਵੀਂ ਖਾਲੀ ਜ਼ਮੀਨ ਜੋ ਨੀਵੀਂ ਪਈ ਹੋਵੇ, ਨਿਵਾਣ ਵੱਲ ਪਾਣੀ ਖੜਦਾ ਹੋਵੇ। ਜਾਂ ਤਰਮੀਮ, ਸੋਧ, ਤਬਦੀਲ, ਇਸ ਦਾ ਮਤਲਬ ਇਹ ਹੈ। ਤਤੀਮਾ, ਅਨੁਪੂਰਕ। ਤਾਬੇ, ਅਨੁਸਾਰ, ਮੁਤਾਬਕ, ਬਰੂਏ। ਤਾਦਾਦ, ਤਾਦਾਦ ਪਹਿਲਾਂ ਵੀ ਆਪਾਂ ਸੁਣ ਚੁੱਕੇ ਹਾਂ, ਨੰਬਰ। ਦੀਗਰ, ਹੋਰ, ਕੁੱਲ। ਦੁਖਤਰਾਨ, ਪੁੱਤਰੀਆਂ। ਦੇਖੋ ਆਪਾਂ ਇਸ ਸ਼ਬਦ ਨੂੰ ਕਈ, ਮੈਨੂੰ ਲੱਗਦਾ ਹੈ ਵੀ ਉਹ ਵੀ ਨਹੀਂ ਸਮਝ ਸਕਦੇ। ਇਹ ਸਰਕਾਰ ਦਾ ਬਹੁਤ ਵਧੀਆ ਫੈਸਲਾ ਜੋ ਇਹਨੂੰ ਬਦਲਣ ਲੱਗੀ ਹੈ। ਦੁੱਖ ਤਰਾਨ ਦਾ ਮਤਲਬ ਪੁੱਤਰੀਆਂ। ਦੁਖਤਰ ਮਤਵੰਨਾ, ਦੁਖਤਰ ਮਤਵੰਨਾ ਮਤਲਬ ਗੋਦ ਲਈ ਲੜਕੀ। ਦਰੁਸਤੀ, ਤਰਮੀਮ, ਸੋਧ, ਠੀਕ ਕਰਨਾ। ਦਰੁਸਤੀ ਦਾ ਮਤਲਬ। ਨਜ਼ੂਲ ਭੋਂ, ਨਜ਼ੂਲ ਤੋਂ ਭਾਵ ਵਾਰਸਾਂ ਦੀ ਅਣਹੋਂਦ ਕਾਰਨ ਸਰਕਾਰ ਦੇ ਹੱਕ ਵਿੱਚ ਤਬਦੀਲ ਹੋਈ ਭੂਮੀ, ਇਹਨੂੰ ਨਜ਼ੂਲ ਜ਼ਮੀਨ ਕਿਹਾ ਜਾਂਦਾ ਹੈ। ਪਰ ਇਸ 'ਤੇ ਵੀ ਪਿੰਡ ਦੀਆਂ ਪੰਚਾਇਤਾਂ ਵੱਲੋਂ ਕੁਝ ਲੋਕਾਂ ਵਜੋਂ ਆਪਣੀਆਂ ਕਮੇਟੀਆਂ ਬਣਾ ਕੇ ਕੁਝ ਲੋਕਾਂ ਵੱਲੋਂ ਇਕੱਠੀ ਖੇਤੀ ਕੀਤੀ ਜਾਂਦੀ ਹੈ। ਨਜ਼ੂਲ ਜ਼ਮੀਨਾਂ ਨੂੰ ਅੱਜ ਕੱਲ੍ਹ ਵਰਤੋਂ ਵਿੱਚ ਲਿਆਂਦਾ ਗਿਆ ਹੈ, ਪਰ ਉਹਨਾਂ ਨੂੰ ਕੋਈ ਵੇਚ ਵੱਟ ਨਹੀਂ ਸਕਦਾ। ਉਹਨੂੰ ਨਜ਼ੂਲ ਜ਼ਮੀਨ ਉਹਨਾਂ ਮੈਂਬਰਾਂ ਨੂੰ, ਉਹਨਾਂ ਲੋਕਾਂ ਨੂੰ ਬਰਾਬਰ ਹੀ ਵੰਡੀ ਹੋਈ ਹੁੰਦੀ ਹੈ। ਪਿਸਰ, ਪਿਸਰ, ਹੁਣ ਦੇਖੋ ਇਹ ਪਿਸਰ ਦਾ ਮਤਲਬ ਪੁੱਤਰ, ਇਹ ਵੀ ਨਹੀਂ ਆਪਣੇ ਸਮਝ ਆਉਣਾ ਸੀ।
ਫਰੀਕ 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 ਦਾ ਮਤਲਬ ਧਿਰ। ਫੌਤ ਬਿਲਾ ਵਸੀਅਤ, ਫੌਤ ਬਿਲਾ ਵਸੀਅਤ, ਇਹ ਵੀ ਇੱਕ ਔਖਾ ਸ਼ਬਦ ਹੈ ਜੋ ਮੁਸ਼ਕਿਲ ਨਾਲ ਹੀ ਸਮਝਿਆ ਜਾ ਸਕਦਾ ਹੈ। ਬਿਨਾਂ ਵਸੀਅਤ ਕੀਤੇ ਮਰਨਾ, ਇਸ ਨੂੰ ਫੌਤ ਬਿਲਾ ਵਸੀਅਤ ਕਿਹਾ ਜਾਂਦਾ ਹੈ। ਬਾਲਾ ਜੈਲ, ਬਾਲਾ ਜੈਲ ਉੱਪਰ ਲਿਖਿਆ। ਬੱਚਤ ਜ਼ਮੀਨ, ਸਾਂਝੇ ਖਾਤੇ ਵਿੱਚ ਰੱਖੀ ਹੋਈ ਬੱਚਤ ਜ਼ਮੀਨ, ਜੋ ਇੱਕ ਨਜ਼ੂਲ ਜ਼ਮੀਨ ਦਾ ਹੀ ਹਿੱਸਾ ਹੈ, ਉਹ ਵੀ ਇਸ ਤਰ੍ਹਾਂ ਦਾ ਹੀ ਬੱਚਤ ਜ਼ਮੀਨ ਹੁੰਦੀ ਹੈ। ਬਾਲੂ, ਬਾਲੂ ਦਾ ਮਤਲਬ ਰੇਤੀਲੀ, ਟਿੱਬੇ, ਟਿੱਬੇ ਵਾਲੀ ਜ਼ਮੀਨ ਕਿਹਾ ਜਾਂਦਾ। ਬਾਮੀ ਸਰਤਾ, ਬਾਮੀ ਸਰਤਾ ਮਤਲਬ ਪੁਰਾਣੇ ਸਮਿਆਂ ਵਿੱਚ, ਅੱਜ ਕੱਲ੍ਹ ਤਾਂ ਜਵਾਨ ਵੈਸੇ ਨਹੀਂ ਰਹੀ, ਪਹਿਲਾਂ ਜਵਾਨ ਦੇ ਹਿਸਾਬ ਨਾਲ ਹੀ ਜ਼ਮੀਨਾਂ ਵੰਡ ਲਈਆਂ, ਖੇਤ ਵੰਡ ਲਏ ਜਾਂਦੇ ਸੀ, ਆਪਸੀ ਭਾਈਚਾਰਕ ਸਾਂਝ ਨਾਲ ਹੀ ਆਪਸੀ ਜਵਾਨੀ ਸ਼ਰਤਾਂ ਲਗਾ ਲਈਆਂ ਜਾਂਦੀਆਂ ਸਨ। ਬਾਇਆ ਵੇਚਣ ਵਾਲਾ। ਬੰਗੜ, ਬੰਗੜ ਜ਼ਮੀਨ ਜ਼ਿਆਦਾ ਉਪਜਾਊ ਜ਼ਮੀਨ ਨੂੰ ਕਿਹਾ ਜਾਂਦਾ ਹੈ, ਬੰਗੜ ਜ਼ਮੀਨ। ਬੀਹੜ, ਬੀਹੜ ਦਾ ਮਤਲਬ ਜੰਗਲੀ ਜ਼ਮੀਨ, ਨਾ ਕਾਸ਼ਤਯੋਗ, ਉੱਚੀ ਨੀਵੀਂ, ਰੋੜਿਆਂ ਵਗੈਰਾ ਵਾਲੀ ਜ਼ਮੀਨ। ਬਾਦਸਤੂਰ, ਪਹਿਲਾਂ ਦੀ ਤਰ੍ਹਾਂ। ਬੰਜਰ, ਫਿਰ ਉਹੀ ਬਿਨਾਂ ਫਸਲੀ ਜ਼ਮੀਨ। ਬਾਂਝ, ਮੁਤਕਿਲ, ਤਬਦੀਲ, ਮੁਰੱਬਾ, ਵਰਗ। ਮੁਸ਼ਤਰਕਾ ਮਾਲਕਾਨਾ ਦੇ, ਜ਼ਿਆਦਾ ਮਾਲਕਾਂ ਦੀ ਜ਼ਮੀਨ। ਮੁਸ਼ਤਰਕਾ ਮਾਲਕਾਨਾ ਦੇ, ਜ਼ਿਆਦਾ ਮਾਲਕਾਂ ਦੀ, ਜਿਵੇਂ ਸਾਡੀਆਂ ਕਈ ਪਿੰਡਾਂ ਵਿੱਚ ਹਜੇ ਵੀ ਖੇਵਟਾਂ ਸਾਂਝੀਆਂ ਪਈਆਂ ਨੇ। ਮਖਸੂਸ, ਨਿਸ਼ਚਿਤ। ਮਜ਼ਕੂਰ ਵਾਲਾ, ਉਕਤ ਉਪਰੋਕਤ ਰਿਕਾਰਡ। ਮੁਤਵਫੀ, ਮੁਤਵਫੀ ਦੇਖੋ ਇਹ ਵੀ ਆਪਣੀ ਸਮਝ ਤੋਂ ਬਾਹਰ ਹੈ, ਮਰ ਚੁੱਕਾ। ਮਕਬੂਜ਼ਾ ਮਾਲਕਾਨ, ਮਾਲਕਾਂ ਦੇ ਕਬਜ਼ੇ ਅਧੀਨ। ਮਕਬੂਜ਼ਾ ਮਾਲਕਾਨ, ਮਾਲਕਾਂ ਦੇ ਕਬਜ਼ੇ ਅਧੀਨ। ਮੁਸ਼ਤਰਕੀ, ਹੁਸ਼ਿਆਰਬਾਜ਼, ਖਰੀਦਦਾਰ, ਖਬਰਦਾਰ, ਇਹ ਚੇਤਾਵਨੀ ਲਈ ਦਿੱਤੀ ਗਈ ਸੀ। ਮੁਸ਼ਤਰਕੀ ਖਰੀਦਦਾਰ। ਮੁਜ਼ਾਰਾ ਮੌਰੂਸੀ, ਪੱਕਾ ਕਾਸ਼ਤਕਾਰ। ਮਜ਼ਰੂਆ, ਕਾਸ਼ਤ ਅਧੀਨ ਜ਼ਮੀਨ। ਮੌਰਸੀ, ਜੱਦੀ ਖਾਨਦਾਨੀ ਜ਼ਮੀਨ। ਮੈਰਾ, ਸਿਓਟੀ, ਥੋੜ੍ਹੀ ਜਿਹੀ ਮਾੜੀ ਜ਼ਮੀਨ ਹੁੰਦੀ ਹੈ, ਮੈਰਾ ਜ਼ਮੀਨ ਕਿਹਾ ਜਾਂਦਾ ਉਸਨੂੰ। ਮਿਨ, ਜੁਮਲਾ, ਸਾਰੇ ਵਿੱਚੋਂ। ਮਿਨ, ਇਹ ਲਿਖਣ ਵਿੱਚ ਵਰਤੇ ਜਾਂਦੇ ਸ਼ਬਦ ਨੇ, ਜੋ ਪਟਵਾਰੀਆਂ ਵੱਲੋਂ ਜਦੋਂ ਆਪਣੇ ਰਿਕਾਰਡ ਵਗੈਰਾ ਲਿਖੇ ਜਾਂਦੇ ਨੇ, ਮਿਨ ਵਗੈਰਾ ਲਿਖੇ ਜਾਂਦੇ ਨੇ। ਰਹਿਣ ਵਾ ਕਬਜ਼ਾ, ਕਬਜ਼ੇ ਸਮੇਤ ਰਹਿਣਾ। ਰਹਿਣ ਦਰ, ਰਹਿਣ, ਗਹਿਣੇ ਤੋਂ ਗਹਿਣਾ, ਗਹਿਣੇ ਤੋਂ ਅੱਗੇ ਗਹਿਣੇ ਕਰਨਾ। ਰਹਿਣੇ ਇਜ਼ਾਫਾ, ਰਹਿਣ ਦੀ ਰਕਮ ਵਿੱਚ ਵਾਧਾ ਕਰਨਾ। ਰੱਕੜ, ਪਥਰੀਲੀ ਜ਼ਮੀਨ। ਲਗਾਨ, ਮਾਮਲਾ, ਟੈਕਸ, ਢਾਲ, ਉਹੀ ਜੋ ਪਹਿਲਾਂ ਆਪਾਂ। ਲਾਲ ਡੋਰਾ, ਲਾਲ ਡੋਰਾ ਜੋ ਅੱਜ ਕੱਲ੍ਹ ਆਪਾਂ ਕਹਿ ਦਿੰਦੇ ਹਾਂ ਵੀ ਲਾਲ ਲਕੀਰ ਦੇ ਅੰਦਰ ਮਕਾਨ ਹੈ ਜੀ ਸਾਡਾ, ਲਾਲ ਲਕੀਰ ਦੇ ਅੰਦਰ ਜ਼ਮੀਨ ਹੈ, ਉਸ ਨੂੰ ਕਿਹਾ ਜਾਂਦਾ ਹੈ। ਵਕਫ, ਪੁੰਨ ਹਿਤ, ਅਰਥ ਧਰਮ, ਅਰਥ ਦਾਨ, ਇਹਨੂੰ ਵਕਫ, ਜਿਵੇਂ ਅੱਜ ਕੱਲ੍ਹ ਵਕਫ ਬੋਰਡ ਦੀਆਂ ਜ਼ਮੀਨਾਂ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਵਕਫ ਬੋਰਡ ਦੀਆਂ ਜ਼ਮੀਨਾਂ ਪਈਆਂ ਹੁੰਦੀਆਂ ਨੇ, ਉਹ ਪੁੰਨ ਹਿਤ,
ਦਾਨ ਹੇਤ। ਵਲਦ, ਵਲਦ ਮਤਲਬ ਪੁੱਤਰ। ਵਾਲਿਦ, ਵਾਲਿਦ ਮਤਲਬ ਪਿਤਾ। ਵਾਲਿਦਾ ਮਾਤਾ। ਵਾਲਿਦੈਨ ਮਾਤਾ ਪਿਤਾ। ਇਹ ਬਹੁਤ ਔਖੇ ਸ਼ਬਦ ਹਨ ਜੋ ਸਾਡੀ ਜਮ੍ਹਾਂਬੰਦੀ ਵਿੱਚ ਜਾਂ ਸਾਡੀ ਪ੍ਰਾਪਰਟੀ ਨਾਲ ਸੰਬੰਧਿਤ ਲਿਖੇ ਜਾਂਦੇ ਨੇ, ਪਰ ਸਾਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ। ਸਰਕਾਰ ਉਹਨਾਂ ਨੂੰ ਸੌਖੇ ਤਰੀਕੇ ਨਾਲ ਲਿਖਣ ਜਾ ਰਹੀ ਹੈ। ਇਹ ਸ਼ਬਦ ਮੈਂ ਤਾਂ ਬੋਲੇ ਨੇ ਵੀ ਸ਼ਾਇਦ ਤੁਹਾਨੂੰ ਯਾਦ ਰਹਿਣ, ਸੰਭਾਲ ਕੇ ਰੱਖੇ ਜਾ ਸਕਣ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਆਪਣਾ ਕਿਰਨਪ੍ਰੀਤ ਸਿੰਘ। ਕਿਸੇ ਹੋਰ ਵਿਸ਼ੇ ਨਾਲ ਮਿਲਾਂਗੇ।